ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਪਾਗਲਾਂ ਦਾ ਆਈਜੀ। ਨਿੱਕੇ ਹੁੰਦਿਆਂ ਤੋਂ ਇਹ ਮੁਹਾਵਰਾ ਸੁਣੀਦਾ ਸੀ ਜਦੋਂ ਕੋਈ ਪਿੰਡ ਦੇ ਵਿੱਚ ਪੁੱਠੀ ਸਿੱਧੀ ਜਾਂ ਵਾਹਿਯਾਤ ਜਾਂ ਕਮਲਿਆਂ ਵਾਲੀ ਜਾਂ ਕੋਈ ਬੇਵਕੂਫੀ ਵਾਲੀ ਹਰਕਤ ਕਰਦਾ ਸੀ ਤੇ ਉਹਨੂੰ ਸਾਰੇ ਪਾਗਲਾਂ ਦਾ ਆਈਜੀ ਆਖਦੇ ਸਨ। ਤੇ ਜਿਹੜਾ ਬੰਦਾ ਨਿੱਤ ਇਹੋ ਜਿਹੀਆਂ ਖੱਚਾਂ ਮਾਰਦਾ ਸੀ ਉਹਦੇ ਬਾਰੇ ਜਦੋਂ ਉਹਦੀ ਗੈਰ ਮੌਜੂਦਗੀ 'ਚ ਜ਼ਿਕਰ ਕਰਦੇ ਸਨ, ਉਹਦੀ ਕੋਈ ਗੱਲਬਾਤ ਕਰਦੇ ਸਨ, ਉਹਦੇ ਬਾਰੇ ਕਿਸੇ ਜਗ੍ਹਾ ਦੇ ਉੱਤੇ ਕੋਈ ਗੱਲਬਾਤ ਛਿੜਦੀ ਜਾਂਦੇ ਸਨ, ਛੱਡੋ ਯਾਰ ਉਹ ਤੇ ਪਾਗਲਾਂ ਦਾ ਆਈਜੀ ਹੈ। ਨਿੱਕੇ ਹੁੰਦਿਆਂ ਤੇ ਅਸੀਂ ਵੀ ਹੱਸ ਕੇ ਇਹ ਗੱਲ ਉਡਾ ਦੀ ਸੀ। ਨਾ ਸੱਚੀ ਗੱਲ ਹੈ, ਸਾਨੂੰ ਪਤਾ ਸੀ ਵੀ ਆਈਜੀ ਕੌਣ ਹੁੰਦਾ ਹੈ। ਬਾ ਇਹ ਲੱਗਦਾ ਸੀ ਵੀ ਕੋਈ ਪੁਲਿਸ 'ਚ ਹੁੰਦਾ ਬੰਦਾ, ਇਹ ਕੋਈ ਸਾਨੂੰ ਪਤਾ ਨਹੀਂ ਸੀ ਵੀ ਕੋਈ ਏਡਾ ਕੁ ਵੱਡਾ ਅਫਸਰ ਹੁੰਦਾ। ਫਿਰ ਸਕੂਲੇ ਕਾਲਜੇ ਆਪਣੇ ਯੂਨੀਵਰਸਿਟੀਆਂ 'ਚ ਆਪਣੇ ਤੇ ਪਤਾ ਲੱਗਾ ਵੀ ਉਹ ਕਿੱਡਾ ਵੱਡਾ ਅਫਸਰ ਹੁੰਦਾ। ਉਹ ਤੇ ਪੂਰੇ ਸੂਬੇ ਦੀ ਪੁਲਿਸ ਦਾ ਸਭ ਤੋਂ ਵੱਡਾ ਅਫਸਰ ਹੁੰਦਾ ਤੇ ਪੂਰੀ ਕਲਗੀ ਵਾਲਾ ਤੇ ਸਭ ਤੋਂ ਤਗੜਾ ਅਫਸਰ ਜਿਹੜਾ ਉਹਨੂੰ ਬਣਾ ਕੇ, ਜਿਹਨੂੰ ਸਾਨ ਅਫਸਰ ਆਖੋ, ਉਹਨੂੰ ਆਈਜੀ ਬਣਾਇਆ ਜਾਂਦਾ। ਆਈਜੀ ਦੇ ਉੱਤੇ ਡਾਇਰੈਕਟ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਘੱਟ ਹੀ ਲੱਗਦੇ ਨੇ, ਕਿਉਂਕਿ ਉਹ ਤੇ ਥੱਲੇ ਥਾਣੇਦਾਰ ਲੈਂਦਾ ਹੈ ਤੇ ਉੱਤੇ ਐਸਪੀ ਲੈਂਦਾ ਹੈ ਤੇ ਫਿਰ ਉੱਤੇ ਐਸਐਸਪੀ ਲੈਂਦਾ ਹੈ ਤੇ ਬੜਾ ਕਿਤੇ ਕੋਈ ਇਲਜ਼ਾਮ ਲਾ ਛੜੇ ਤੇ ਡੀਆਈਜੀ ਤੇ ਉੱਤੇ ਤੇ ਫਿਰ ਥੱਲੇ ਹੀ ਅੱਪੜਦਾ ਹੋਏਗਾ ਕੰਮ, ਜਿਹੜਾ ਅੱਪੜਦਾ ਹੋਏਗਾ। ਡਾਇਰੈਕਟ ਹਵਾਲਦਾਰ ਤੇ ਡਾਇਰੈਕਟ ਹਵਾਲਦਾਰ ਹੁੰਦਾ ਨਾ, ਡਾਇਰੈਕਟ ਆਈਜੀ ਤੇ ਹੁੰਦਾ ਨਹੀਂ। ਤੇ ਉਹ ਡਾਇਰੈਕਟ ਜਿਹੜੀ ਰਿਸ਼ਵਤ ਵੱਜਦੀ ਉਹ ਤੇ ਹਵਾਲਦਾਰ ਸਾਹਿਬ ਨੂੰ ਜਾਂ ਥਾਣੇਦਾਰ ਸਾਹਿਬ ਨੂੰ ਜਾਂ ਐਸਐਚਓ ਨੂੰ ਜਾਂ ਡੀਐਸਪੀ ਨੂੰ ਵੱਜਦੀ ਹੈ ਤੇ ਬਾਕੀ ਤੇ ਥੱਲਿਓਂ ਤਾਂ ਨੂੰ ਹੀ ਕੰਮ ਜਾਂਦਾ। ਵੈਸੇ ਅੱਜ ਕੱਲ੍ਹ ਪੁਲਿਸ ਨੇ ਆਪਣੇ ਰੇਟ ਬਦਲ ਰਹੇ ਨੇ, ਤਰੀਕੇ ਵੀ ਬਦਲ ਰਹੇ ਨੇ ਤੇ ਜਿਹੜੀਆਂ ਤਾਕੀਆਂ ਖਿੜਕੀਆਂ ਬੂਹੇ ਬਾਰੀਆਂ ਨੇ ਰਿਸ਼ਵਤ ਫੜਨ ਵਾਲੀਆਂ, ਉਹ ਵੀ ਹੁਣ ਸਬ ਇੰਸਪੈਕਟਰ ਹਵਾਲਦਾਰ ਤੋਂ ਤੇ ਇੰਸਪੈਕਟਰ ਤੇ ਡੀਐਸਪੀ ਤੋਂ ਕੰਮ ਉਤਾਂ ਚਲਾ ਗਿਆ। ਉਹ ਹੁਣ ਵਿਚਾਰੇ ਥੱਲੇ ਵਾਲੇ ਹੱਥ ਹੀ ਮਲਦੇ ਰਹਿੰਦੇ ਨੇ ਤੇ ਰੁਪਈਏ ਤੇ ਉਹਨਾਂ ਨੂੰ ਲੱਭਦੇ ਨਹੀਂ। ਹੁਣ ਸਿਗਰਟ ਜਿਹੜੀ ਪੀਂਦੇ ਨੇ ਉਹ ਸਿਗਰਟਾਂ ਦੀ ਡੱਬੀ 'ਚੋਂ ਪੰਨਾ ਕੱਢ ਕੇ ਉਹਨੂੰ ਹੀ ਗਿਣਦੇ ਰਹਿੰਦੇ ਨੇ, ਕਿਉਂਕਿ ਪੈਸੇ ਪੂਸੇ ਹੁਣ ਐਸਪੀ ਐਸਐਸਪੀ ਅਰਗੇ ਹੀ ਫੜ ਲੈਂਦੇ ਨੇ। ਤੇ ਉਹ ਤੁਸੀਂ ਵੇਖਿਆ ਹੀ ਹੋਏਗਾ, ਮੈਡਮ ਰੋਲੈਕਸ ਹੁਣ ਐਵੇਂ ਹੀ ਤੇ ਨਹੀਂ ਰੋਲੈਕਸ ਬੰਨ੍ਹਦੀ ਮੈਡਮ। ਇਹ ਰੋਲੈਕਸ ਬੰਨ੍ਹਣ ਵਾਸਤੇ ਮੈਡਮ ਨੂੰ ਫਿਰ ਜ਼ਾਹਰੀ ਗੱਲ ਹੈ ਗਿਣਨਾ ਹੀ ਪੈਂਦਾ ਕੁਛ ਨਾ ਕੁਛ, ਕੋਈ ਨਾ ਕੋਈ ਸ਼ੈ ਜਿਹੜੀ ਉਹ ਉਂਗਲਾਂ ਦੇ ਉੱਤੇ ਗਿਣਦੇ ਹੋਣਗੇ। ਤੇ ਇਹ ਘੜੀਆਂ ਆਉਂਦੀਆਂ ਨੇ, ਐਵੇਂ ਤਾਂ ਨਹੀਂ ਆਉਂਦੀਆਂ ਏਡੀਆਂ ਮਹਿੰਗੀਆਂ ਲੱਖਾਂ ਰੁਪਈਆਂ ਦੀਆਂ ਘੜੀਆਂ। ਬਹਰਹਾਲ ਨਿੱਕੇ ਹੁੰਦਿਆਂ ਸਾਨੂੰ ਪਤਾ ਨਹੀਂ ਸੀ ਕਿ ਇਹ ਮੁਹਾਵਰਾ ਕੀ ਹੈ ਤੇ ਪਾਗਲਾਂ ਦਾ ਆਈਜੀ ਕਿਉਂ ਆਖਦੇ ਨੇ। ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ, ਵੱਡੇ ਹੋ ਕੇ ਜਦੋਂ ਪਤਾ ਲੱਗਾ ਵੀ ਆਈਜੀ ਕੌਣ ਹੁੰਦਾ ਤੇ ਸਮਝ ਨਾ ਆਈ ਤੇ ਇੰਝ ਲੱਗਾ ਵੀ ਇਹ ਪਿੰਡਾਂ ਵਾਲੇ ਹੀ ਪਾਗਲ ਨੇ ਯਾਰ, ਕਿਹੋ ਜਿਹਾ ਮੁਹਾਵਰਾ ਬਣਾਇਆ, ਇਹਦਾ ਕੋਈ ਸਿਰ ਪੈਰ ਹੈ ਹੀ ਨਹੀਂ। ਫਿਰ ਕਰਦਿਆਂ ਸ਼ਰੀਫਾਂ ਦੀ ਹਕੂਮਤ ਆ ਗਈ, ਹਮਜ਼ਾ ਸ਼ਹਬਾਜ਼ ਸਾਹਿਬ ਆ ਗਏ ਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਖੋਹਣ ਦੀ ਕੋਸ਼ਿਸ਼ ਕੀਤੀ ਤੇ ਪੂਰੀ ਗੱਲ ਹੀ ਸਮਝ ਆ ਗਈ ਕਿ ਪਾਗਲਾਂ ਦਾ ਆਈਜੀ ਹੁੰਦਾ ਕੌਣ ਹੈ ਤੇ ਕਿਉਂ ਹੁੰਦਾ ਤੇ ਉਹਨੂੰ ਕਾਹਤੋਂ ਆਖਦੇ ਨੇ। ਹੁਣ ਬਹਰਹਾਲ ਜਿਸ ਵੇਲੇ ਕਮਿਸ਼ਨਰ ਪਿੰਡੀ ਨੇ ਬਿਆਨ ਦਿੱਤਾ ਕਿ ਜਨਾਬ ਮੈਂ 39 ਸੀਟਾਂ ਦੇ ਉੱਤੇ ਧਾਂਦਲੀ ਕੀਤੀ ਹੈ, ਆਹੋ ਉਹਨੇ ਕੋਈ 1 2 3 4 5 7 ਸੀਟਾਂ ਦੀ ਗੱਲ ਨਹੀਂ ਕੀਤੀ। ਉਹਨੇ ਆਖਿਆ ਵੀ ਮੈਂ ਪੂਰੀਆਂ 13 ਸੀਟਾਂ ਲੁੱਟੀਆਂ ਨੇ ਐਮਐਨਏ ਦੀਆਂ ਤੇ ਥੱਲੇ 26 ਸੀਟਾਂ ਐਮਪੀਏ ਜਿਹੜੀਆਂ ਉਹਨਾਂ ਦੀਆਂ ਲੁੱਟੀਆਂ ਨੇ, ਸੂਬਾਈ ਅਸੈਂਬਲੀ ਦੀਆਂ 39 ਸੀਟਾਂ ਬਣਦੀਆਂ ਨੇ। ਉਹਨੇ ਆਖਿਆ ਧਾਂਦਲੀ ਹੋਈ ਹੈ, ਜਿਹੜੇ ਅਫਸਰਾਨ ਸਨ ਉਹ ਰੋਂਦੇ ਸਨ ਪਰ ਮੈਂ ਧਾਂਦਲੀ ਕੀਤੀ। ਮੇਰੇ ਉੱਤੇ ਪ੍ਰੈਸ਼ਰ ਜਿਹੜਾ ਸੀ ਉਹ ਚੀਫ ਇਲੈਕਸ਼ਨ ਕਮਿਸ਼ਨਰ ਦਾ ਤੇ ਚੀਫ ਜਸਟਿਸ ਪਾਕਿਸਤਾਨ ਜਨਾਬ ਜਸਟਿਸ ਕਾਜ਼ੀ ਫਾਇਜ਼ ਈਸਾ ਸਾਹਿਬ ਦਾ ਸੀ ਤੇ ਮੈਂ ਇਹ ਧਾਂਦਲੀ ਕੀਤੀ। ਮੈਂ ਬੜਾ ਸ਼ਰਮਿੰਦਾ ਹਾਂ ਤੇ ਮੈਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਮੈਨੂੰ ਭਾਵੇਂ ਫਾਹੇ ਲਾ ਦਿਓ, ਮੈਂ ਪਾਕਿਸਤਾਨ ਤੋੜਨਾ ਨਹੀਂ ਚਾਹੁੰਦਾ ਤੇ ਮੈਨੂੰ ਬੜੀ ਸ਼ਰਮ ਆਈ ਹੈ। ਇਹ ਗੱਲ ਜਿਸ ਵੇਲੇ ਕਮਿਸ਼ਨਰ ਸਾਹਿਬ ਕੀਤੀ ਤੇ ਉਹ ਹੀ ਕਮਿਸ਼ਨਰ ਸਾਹਿਬ ਜਿਹੜੇ ਇਹਨਾਂ ਦੇ ਦਿਲ ਦੇ ਜਾਨੀ ਸਨ, ਲਿਆਕਤ ਅਲੀ ਚੱਠਾ ਸਾਹਿਬ, ਜਿਹੜੇ ਬੜੇ ਕਰੀਬ ਤਰੀਨ ਖੇਡਦੇ ਸਨ, ਗੋਡੇ ਨਾਲ ਗੋਡਾ ਜੋੜ ਕੇ ਹਮਜ਼ਾ ਸ਼ਹਬਾਜ਼ ਦੇ ਨਾਲ ਤੇ ਰਾਣਾ ਸਨਾਉਲਾ ਦੇ ਨਾਲ ਤੇ ਹਨੀਫ ਅਬਾਸੀ ਦੇ ਨਾਲ ਉਹ ਕਲਕਾਰੀਆਂ ਮਾਰਦੇ ਸਨ। ਉਹਨਾਂ ਦੇ ਬਾਰੇ ਹੀ ਰਾਣਾ ਸਨਾਉਲਾ ਨੇ ਆ ਕੇ ਆਖਿਆ ਵੀ ਇਹ ਬੰਦੇ ਦਾ ਤਾਂ ਦਿਮਾਗ ਹਿੱਲਿਆ। ਦਿਮਾਗ ਨਹੀਂ ਬਲਕਿ ਪੰਜਾਬੀ 'ਚ ਅਸੀਂ ਇਹਨੂੰ ਦਿਮਾਗ ਆਖਦੇ ਕਈ ਇਲਾਕਿਆਂ 'ਚ, ਇਹਦਾ ਤਾਂ ਦਿਮਾਗ ਹਿੱਲਿਆ ਤੇ ਇਹ ਜਿਹੜਾ ਬੰਦਾ ਹੈ ਇਹ ਤੇ ਉਖੜੀਆਂ ਗੱਲਾਂ ਕਰਦਾ ਹੈ, ਇਹਦੀ ਅਕਲ ਕਿਤੇ ਹੈ ਨਹੀਂ, ਰਿਟਾਇਰਮੈਂਟ ਇਹਦੀ ਆਉਣ ਵਾਲੀ ਹੈ ਤੇ ਇਹਨੂੰ ਦਵਾਈ ਸ਼ਵਾਈ ਦਿਓ, ਇਹਦਾ ਦਿਮਾਗ ਹਿੱਲ ਗਿਆ, ਇਹ ਪਾਗਲ ਹੋ ਗਿਆ। ਜਿਸ ਵੇਲੇ ਇਹ ਗੱਲ ਮਾਰਕੀਟ 'ਚ ਨਿਕਲੀ ਤੇ ਭਾਈ ਜੀ ਰੌਲਾ ਪੈ ਗਿਆ, ਪਾਗਲਖਾਨਿਆਂ 'ਚ ਰੌਲਾ ਪੈ ਗਿਆ। ਉੱਥੇ ਤੇ ਲੱਗ ਦੌੜਾਂ ਗਈਆਂ, ਜਿੰਨੇ ਪਾਗਲ ਡਿਫਰੈਂਟ ਪਾਗਲਖਾਨਿਆਂ ਦੇ ਵਿੱਚ ਹੈਗੇ ਸਨ ਉਹਨਾਂ ਨੇ ਜਨਾਬ ਆਪਣੀ ਸ਼ੇਵ ਕਰਨੀ ਸ਼ੁਰੂ ਕਰ ਦਿੱਤੀ, ਕੱਪੜਾ ਜੁੱਤੀ ਸਿੱਧਾ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਇੱਕ ਡਾਕਟਰ ਸੀ, ਉਹਨੇ ਲਾਹੌਰ ਦੇ ਵਿੱਚ ਉਹ ਪਾਗਲਖਾਨੇ ਵਾਲਿਆਂ ਨੂੰ ਪੁੱਛਿਆ ਕਿ ਬਈ ਇਹ ਕੀ ਹੋਇਆ। ਉਹਨਾਂ ਆਖਿਆ ਕਿ ਜੀ ਹੋਣਾ ਕੀ ਹੈ, ਰਾਣਾ ਸਨਾਉਲਾ ਸਾਹਿਬ ਨੇ ਦੱਸਿਆ ਹੈ ਕਿ ਕਮਿਸ਼ਨਰ ਪਿੰਡੀ ਜਿਹੜਾ ਉਹ ਪਾਗਲ ਹੈ ਤੇ ਹੁਣੇ ਹੀ ਤੇ ਉਹਨੂੰ ਆਪ ਮਰਜ਼ੀ ਨਾਲ ਕਮਿਸ਼ਨਰ ਪਿੰਡੀ ਲਾਇਆ ਸੀ ਤੇ ਪਹਿਲਾਂ ਡੀਜੀ ਖਾਨ ਦੇ ਵਿੱਚ ਕਮਿਸ਼ਨਰ ਤੇ ਫਿਰ ਸਰਗੋਧੇ ਦੇ ਵਿੱਚ ਡੀਸੀ ਤੇ ਫਿਰ ਪਤਾ ਨਹੀਂ ਕਿਹੜਾ ਅਹੁਦਾ ਦਿੱਤਾ ਸੀ
ਤੇ ਉਹ ਡਾਕਟਰ ਨੇ ਆਖਿਆ ਬਈ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਦਿੱਤਾ ਸੀ ਬਿਆਨ, ਕਮਿਸ਼ਨਰ ਸਾਹਿਬ ਦਿੱਤਾ, ਤਨਕੀਦ ਰਾਣਾ ਸਨਾਉਲਾ ਕੀਤੀ, ਤੁਸੀਂ ਪਾਗਲ ਹੋ, ਪਾਗਲਖਾਨੇ 'ਚੋਂ ਤੁਸੀਂ ਕਿਉਂ ਭੱਜੇ ਫਿਰਦੇ ਹੋ। ਉਹਨਾਂ ਕਿਹਾ ਜੀ ਅਸੀਂ ਇਸ ਤੋਂ ਭੱਜੇ ਫਿਰਦੇ ਹਾਂ ਵੀ ਸਾਨੂੰ ਇਹ ਹੁਣ ਸਮਝ ਆਈ ਹੈ ਵੀ ਨੂਨ ਲੀਗ ਵਾਲੇ ਸਾਰੇ ਹੀ ਉਹਦੇ ਪਾਗਲਾਂ ਨੂੰ ਹੀ ਦਿੰਦੇ ਨੇ, ਤੇ ਹੁਣ ਸਾਡੇ 'ਚੋਂ ਕੋਈ ਪਾਗਲਾਂ ਦਾ ਆਈਜੀ ਲੱਗੇਗਾ, ਪੁਲਿਸ ਦਾ ਆਈਜੀ ਲੱਗੇਗਾ ਪਾਗਲਾਂ ਦੇ ਵਿੱਚੋਂ ਹੀ। ਤੇ ਇਸੇ ਤਰੀਕੇ ਨਾਲ ਜਿਹੜੇ ਪਾਗਲ ਸਨ ਉੱਥੇ ਹਸਪਤਾਲ, ਉਹਨਾਂ ਕਾਗਜ਼ਾਂ ਦੇ ਉੱਤੇ ਨੇਮ ਪਲੇਟਾਂ ਬਣਾ ਕੇ ਤੇ ਆਪਣੇ ਕਮਰੇ ਦੇ ਬਾਹਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡਾਕਟਰ ਵੇਖਿਆ ਇੱਕ ਕਮਰੇ ਦੇ ਬਾਹਰ ਏਸੀ ਲਿਆਕਤਪੁਰ ਲਿਖਿਆ ਸੀ, ਤੇ ਅਗਲੇ ਕਮਰੇ ਦੇ ਗਾਂਹ ਜਾਂਦਾ ਤੇ ਉੱਥੇ ਡੋਰੀ ਦੇ ਨਾਲ ਉਹਨੇ ਟੰਗਿਆ ਸੀ, ਧਾਗੇ ਦੇ ਨਾਲ ਕਾਗਜ਼, ਉਹਦੇ ਉੱਤੇ ਲਿਖਿਆ ਸੀ ਡੀਸੀ ਖੁਸ਼ਾਬ। ਅਗਲੇ ਪਾਸੇ ਜਾਂਦਾ ਤੇ ਉੱਥੇ ADCG ਲਿਖਿਆ ਸੀ, ਅਗਲੇ ਪਾਸੇ ਕਿਸੇ RPO ਗੁਜਰਾਂਵਾਲਾ ਲਿਖਿਆ ਸੀ ਆਪਣੇ ਆਪ ਨੂੰ। ਉਸ ਤੋਂ ਗਾਂਹ ਜਾਂਦਾ ਤੇ ਕਿਸੇ ਨੇ ਕਮਿਸ਼ਨਰ ਸਾਹੀਵਾਲ ਲਿਖਿਆ ਸੀ ਆਪਣੇ ਆਪ ਨੂੰ। ਤੇ ਉਹ ਸਾਰੇ ਪਾਗਲਾਂ ਨੇ ਆਪਣੀ ਆਪਣੀ ਫੱਟੀ ਲਿਖੀ ਸੀ, ਉਹ ਆਪਣੇ ਨਾਂ ਦੀ ਤਖਤੀ ਲਾਈ ਸੀ, ਤੇ ਉਹ ਅੰਦਰ ਕਮਰੇ 'ਚ ਬਹਿ ਕੇ ਪੂਰੀ ਐਕਟਿੰਗ ਕਰ ਰਹੇ ਸਨ। ਉਹ ਡਾਕਟਰ ਪੁੱਛਿਆ ਵੀ ਚਲੋ ਇਹ ਤਾਂ ਸਮਝ ਆ ਗਈ ਵੀ ਤੁਹਾਨੂੰ ਭੁਲੇਖਾ ਪੈ ਗਿਆ ਹੈ ਕਿ ਨੂਨ ਲੀਗ ਵਾਲੇ ਸਾਰੇ ਪਾਗਲਾਂ ਨੂੰ ਅਪਾਇੰਟ ਕਰਦੇ ਨੇ, ਪਰ ਇਹ ਤੁਸੀਂ ਐਕਟਿੰਗ ਕਿਉਂ ਕਰ ਰਹੇ ਹੋ। ਉਹਨਾਂ ਕਿਹਾ ਜੀ ਕਿਸੇ ਵੇਲੇ ਵੀ ਸਾਡਾ ਇੰਟਰਵਿਊ ਲੈਣ ਵਾਸਤੇ ਰਾਣਾ ਸਨਾਉਲਾ ਸਾਹਿਬ ਆ ਸਕਦੇ ਨੇ, ਅਸੀਂ ਪੂਰੇ ਸ਼ਬਸ਼ਬਾਹ 'ਚ ਮੈਨੂੰ AC ਲਿਆਕਤਪੁਰ ਲੱਗਣਾ ਚਾਹੀਦਾ ਹੈ, ਮੈਨੂੰ DC ਖੁਸ਼ਾਬ ਲੱਗਣਾ ਚਾਹੀਦਾ ਗੱਲਬਾਤ ਤੋਂ, ਮੈਨੂੰ ਕਮਿਸ਼ਨਰ ਸਾਹੀਵਾਲ ਲੱਗਣਾ ਚਾਹੀਦਾ ਗੱਲਬਾਤ ਤੋਂ, ਤੇ ਹੁਣ ਕਿਉਂਕਿ ਉਹ ਲਾਉਂਦੇ ਹੀ ਪਾਗਲਾਂ ਨੂੰ ਨੇ। ਡਾਕਟਰ ਨੇ ਅੱਗੋਂ ਆਖਿਆ ਵੀ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਵੀ ਉਹਨਾਂ ਪਾਗਲਾਂ ਨੂੰ ਲਾਇਆ ਹੈ। ਉਹਨਾਂ ਕਿਹਾ ਜੀ ਪਾਗਲਾਂ ਨੂੰ ਇਸ ਤੋਂ ਲਾਉਂਦੇ ਨੇ ਉਹ ਕਿ ਤੁਸੀਂ ਆਪ ਵੇਖੋ ਵੀ ਨੂਨ ਲੀਗ 'ਚ ਜਿਹੜਾ ਜ਼ਰਾ ਜੀ ਅਕਲ ਦੀ ਗੱਲ ਕਰਦਾ ਹੈ, ਉਹ ਭਾਵੇਂ ਮਿਫਤਾ ਇਸਮਾਈਲ ਹੋਵੇ, ਭਾਵੇਂ ਮੁਹੰਮਦ ਜ਼ੁਬੈਰ ਹੋਵੇ, ਤੇ ਭਾਵੇਂ ਉਹ ਸ਼ਾਹਿਦ ਹਕਾਨ ਅਬਾਸੀ ਹੋਵੇ, ਉਹਨੂੰ ਤੇ ਟੰਗ ਕੇ ਰੱਖ ਦਿੰਦੇ ਨੇ। ਤੇ ਜਿਹੜਾ ਜਿੰਨੀ ਵੱਡੀ ਖੱਚ ਮਾਰਦਾ, ਭਾਵੇਂ ਸਾਡਾ ਡੰਟੋਨਕ ਵਾਲਾ ਬਾਂਦਰ ਹੋਏ, ਤੇ ਭਾਵੇਂ ਸਾਡੀ ਬਾਜੀ ਮਰੀਮ ਔਰੰਗਜ਼ੇਬ ਹੋਵੇ, ਜਿਹੜੀ ਏਡੀਆਂ ਕੁ ਨਾਸਾਂ ਫੈਲਾ ਕੇ ਗੱਲ ਕਰਦੀ ਹੈ ਕਿ ਉਹਦੀਆਂ ਨਾਸਾਂ 'ਚੋਂ ਦਿਮਾਗ ਨਜ਼ਰ ਆਉਂਦਾ ਹੈ। ਤੇ ਉਹ ਲੋਕੀ ਹੋਣ ਜਿਨ੍ਹਾਂ ਦੇ ਯਾਣੇ ਸੌਂਦੇ ਨਾ ਹੋਣ, ਉਹਨਾਂ ਨੂੰ ਉਹ ਤਸਵੀਰ ਵਿਖਾਉਂਦੇ ਨੇ ਜਦੋਂ ਬਾਜੀ ਨੇ ਪੂਰੀਆਂ ਨਾਸਾਂ ਫੈਲਾਈਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਸਿੱਧਾ ਉਹਨਾਂ ਦਾ ਦਿਮਾਗ ਨਜ਼ਰ ਆ ਰਿਹਾ ਹੁੰਦਾ। ਇੰਜ ਕਰਕੇ ਮੋਬਾਈਲ ਤੇ ਬੱਚੇ ਨੂੰ ਤਸਵੀਰ ਵਿਖਾਉਂਦੇ ਨੇ, ਬੱਚਾ ਉਸ ਤੋਂ ਬਾਅਦ ਅੱਖਾਂ ਨਹੀਂ ਖੋਲ੍ਹਦਾ ਅਗਲੇ 8-10 ਘੰਟੇ ਡਰਿਆ ਹੀ। ਤੇ ਜੇ ਸਵੇਰੇ ਵੀ ਮਾਂ ਨੂੰ ਪੁੱਛਦਾ ਵੀ ਹੁਣ ਮੈਂ ਉੱਠ ਪਵਾਂ, ਅੱਖਾਂ ਖੋਲ੍ਹ ਲਾਂ, ਪਰ ਉਹਨਾਂ ਆਖਿਆ ਜੀ ਪਾਗਲਾਂ ਨੂੰ ਤੇ ਇਸ ਥਾਂ ਤੇ ਲਾਉਂਦੇ ਨੇ। ਉਹਨਾਂ ਨੇ ਆਖਿਆ ਕਿ ਯਾਰ ਅੱਛਾ ਇਹ ਤਾਂ ਗੱਲ ਹੈ, ਤੁਸੀਂ ਸਾਰਿਆਂ ਨੇ ਕਿਸੇ AC ਲਿਖਿਆ, ਕਿਸੇ DC ਲਿਖਿਆ, ਕਿਸੇ ਕੁਝ ਲਿਖਿਆ, IG ਪੰਜਾਬ ਕਿਸੇ ਨਹੀਂ ਲਿਖਿਆ। ਉਹਨਾਂ ਕਿਹਾ ਜੀ IG ਪੰਜਾਬ ਉਹਨਾਂ ਪਹਿਲਾਂ ਹੀ ਲਾਇਆ, ਉਹ ਵੀ ਪਾਗਲ ਹੀ ਹੈ, ਇਸ ਲਈ IG ਦਾ ਥਾਂ ਜਿਹੜਾ ਉਹ ਖਾਲੀ ਨਹੀਂ ਹੈਗਾ, ਕਿਉਂਕਿ ਉਹ ਜਿਹੜਾ IG ਪੰਜਾਬ ਸਾਹਿਬ ਨੇ ਇਸ ਵੇਲੇ ਉਹਨਾਂ ਤੋਂ ਵੱਡਾ ਪਾਗਲਖਾਨੇ 'ਚ ਵੀ ਕੋਈ ਨਹੀਂ ਹੈਗਾ। ਇਸ ਲਈ ਉਹਨਾਂ ਦੇ ਨਾਲ ਨਾ ਅਸੀਂ ਕੰਪੀਟੀਸ਼ਨ ਕਰ ਸਕਦੇ ਹਾਂ ਤੇ ਨਾ ਹੀ ਅਸੀਂ ਪੂਰੇ ਆ ਸਕਦੇ, ਕਿਉਂਕਿ ਉਹ ਪਾਗਲਪਨ 'ਚ ਸਾਡੇ ਤੋਂ ਵੀ ਗਾਂਹ ਨਿਕਲੇ ਨੇ। ਇਸ ਲਈ IG ਪੰਜਾਬ ਦਾ ਅਹੁਦਾ ਅਸੀਂ ਆਪਣੀ ਇੱਥੇ ਅੰਦਰ ਪਾਗਲਖਾਨੇ 'ਚ ਨਹੀਂ ਵੰਡਿਆ। ਤੇ ਇੱਕ ਕੰਮ ਦਾ ਸਾਨੂੰ ਮੌਕਾ ਦਿਓ, ਅਸੀਂ ਬਾਹਰ ਜਾਣਾ ਚਾਹੁੰਦੇ ਹਾਂ, ਤੇ ਬਾਹਰ ਵੀ ਇੱਕ ਪੱਟੀ ਇੱਥੇ ਵੀ ਲਿਖਣੀ ਹੈ ਤੇ ਇੱਕ ਲਾਗੇ ਦਫ਼ਤਰ ਹੈ ਉੱਥੇ ਲਿਖਣੀ ਹੈ। ਉਹਨਾਂ ਆਖਿਆ ਜੀ ਉਹ ਕੀ ਕਰਨਾ ਹੈ। ਉਹ ਇੱਕ ਜਿਹੜੀ ਉੱਥੇ ਪਾਗਲਬਾਜੀ ਸੀ ਅੰਦਰ, ਖਾਤੂਨ ਪਾਗਲ ਸੀ, ਉਹਨੇ ਆਖਿਆ ਜੀ ਮੈਂ ਬਾਹਰ ਜਾਣਾ ਤੇ ਪਾਗਲਖਾਨੇ ਦੇ ਬਾਹਰ ਵਜ਼ੀਰ ਆਲਾ ਹਾਊਸ ਲਿਖਣਾ ਹੈ, ਤੇ ਵਜ਼ੀਰ ਆਲਾ ਹਾਊਸ ਜਾ ਕੇ ਉਹਦੇ ਉੱਤੇ ਪਾਗਲਖਾਨਾ ਲਿਖਣਾ ਹੈ। ਉਹਨਾਂ ਆਖਿਆ ਜੀ ਉਹ ਕਿਸ ਤਰ੍ਹਾਂ। ਉਹਨਾਂ ਕਿਹਾ ਦੇਖੋ ਜੇ ਵਜ਼ੀਰ ਆਲਾ ਹਾਊਸ ਇੱਥੇ ਲਿਖਤਾ ਤੇ ਉੱਥੇ ਪਾਗਲਖਾਨਾ ਨਾ ਲਿਖਿਆ ਤੇ ਬਾਜੀ ਮਰੀਮ ਨੂੰ ਕਿਤੇ ਇੱਥੇ ਹੀ ਨਾ ਲੈ ਆਉਣ, ਕਿਉਂਕਿ ਉਹ ਤਾਂ ਪਾਗਲਾਂ ਨੂੰ ਹੀ ਅਹੁਦੇ ਦਿੰਦੇ ਨੇ। ਇਸ ਲਈ ਉੱਥੇ ਹੀ ਪਾਗਲਖਾਨਾ ਲਿਖਾਈਏ ਤਾਂ ਕਿ ਬਾਜੀ ਮਰੀਮ ਨੂੰ ਕਮ ਅਜ਼ ਕਮ ਵਜ਼ੀਰ ਆਲਾ ਤੇ ਬਣਾ ਦੇਣ ਨਾ, ਉੱਥੇ ਵਾੜ ਦੇਣ। ਤੇ ਇਹ ਤੁਸੀਂ ਹਿਸਾਬ ਲਾ ਲਓ ਇਹਨਾਂ ਦੀ ਸਟੇਟਮੈਂਟ ਤੋਂ ਵੀ ਇਹ ਕਿੱਡੇ ਵੱਡੇ ਬੇਵਕੂਫ ਨੇ। ਇਹਨਾਂ ਪਤਾ ਨਹੀਂ ਕੀ ਖਾ ਪੀ ਕੇ ਤੇ ਘੁੱਟ ਭਰ ਲਿਆ ਹੋਇਆ ਹੈ ਕਿ ਇਹਨਾਂ ਨੂੰ ਆਪ ਸਮਝ ਨਹੀਂ ਆਉਂਦੀ ਕਿ ਜਿਹੋ ਜਿਹੀਆਂ ਇਹ ਸਟੇਟਮੈਂਟਾਂ ਦਿੰਦੇ ਨੇ ਲੋਕੀ ਨਾ ਸਿਰਫ ਇਹਨਾਂ 'ਤੇ ਹੱਸਦੇ ਨੇ, ਇਹਨਾਂ ਦਾ ਮਖੌਲ ਉਡਾਉਂਦੇ ਨੇ, ਬਲਕਿ ਤੋਏ ਵੀ ਕਰਦੇ ਨੇ ਕਿ ਯਾਰ ਇਹਨਾਂ ਦੀ ਅਕਲ ਕੀ ਚਰਨ ਚਲੀ ਗਈ ਹੈ ਕਿ ਜੇ ਕਮਿਸ਼ਨਰ ਬਿਆਨ ਦੇ ਦਿੱਤਾ ਤਾਂ ਤੁਸੀਂ ਆਖੋ ਜੀ ਕਮਿਸ਼ਨਰ ਦੇ ਬਿਆਨ ਦੀ ਪੂਰੀ ਤਹਿਕੀਕ ਹੋਣੀ ਚਾਹੀਦੀ ਹੈ, ਸਬੂਤ ਰੱਖਣੇ ਚਾਹੀਦੇ ਨੇ, ਅਸੀਂ ਵੀ ਰੱਖਾਂਗੇ, ਦੂਜੀ ਪਾਰਟੀ ਵੀ ਰੱਖੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਉਹਨਾਂ ਸਿੱਧਾ ਹੀ ਸ਼ਾਰਟਕਟ ਮਾਰਿਆ, ਉਹਨਾਂ ਕਿਹਾ ਇਹ ਤਾਂ ਪਾਗਲ ਹੈ, ਇਹਦਾ ਦਿਮਾਗ ਹੀ ਖਰਾਬ ਹੈ, ਤੇ ਇਹਦਾ ਮਤਲਬ ਤੁਸੀਂ ਪਾਗਲਾਂ ਨੂੰ ਅਹੁਦੇ ਦਿੰਦੇ ਹੋ, ਉਹ ਵੀ ਹੁਣ ਸਾਬਤ ਹੋ ਗਿਆ। ਅੱਜ ਦੂਸਰੇ ਪਾਸੇ ਅਗਰ ਤੁਸੀਂ ਗੱਲ ਤੋਰਦੇ ਹੋ ਤੇ ਲక్ష్ਮੀ ਚੌਕ ਦੇ ਵਿੱਚ ਇੱਕ ਨਵਾਂ ਹੀ ਕੰਮ ਹੋ ਗਿਆ ਅੱਜ। ਉਹ ਕੰਮ ਇਹ ਹੋਇਆ ਕਿ ਰਾਏ ਸਾਕਬ ਖਰਲ ਇੱਕ ਤਗੜਾ ਰਿਪੋਰਟਰ ਹੈ ਲਾਹੌਰ ਦਾ, ਉਹਨੇ ਜਾ ਛਾਪਾ ਮਾਰਿਆ ਤੇ ਉੱਥੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਖਟਾਖਟ ਜਿਹੜੇ ਨੇ ਜਨਾਬ ਬੈਲਟ ਪੇਪਰ ਛਪ ਰਹੇ ਸਨ, ਔਰ ਬੈਲਟ ਪੇਪਰ ਜਿਹੜਾ ਸਨ ਉਹ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ NA 115 ਆਖ ਦਿੱਤਾ, NA 15 ਮਾਨਸੇਰਾ, NA 15 ਮਾਨਸੇਰਾ ਉੱਥੋਂ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਬੁਰੀ ਤਰ੍ਹਾਂ ਹਾਰ ਗਏ ਸਨ ਤੇ ਉੱਥੇ ਜਿਹੜੀ RO ਸਾਹਿਬਾ ਸਨ, ਖਾਤੂਨ ਸਨ, ਉਹਨਾਂ ਦੇ ਉੱਤੇ ਬੜਾ ਪ੍ਰੈਸ਼ਰ ਪਾਇਆ ਤੇ ਉਹਨਾਂ ਨਹੀਂ ਮੰਨਿਆ।
ਉਹਨਾਂ ਆਖਿਆ ਜੀ ਮੈਂ ਕਿਸੇ ਸੂਰਤ ਧਾਂਦਲੀ ਨਹੀਂ ਕਰਨੀ, ਮੈਂ ਤੁਹਾਡੇ ਨਾਲ ਨਹੀਂ ਰਲਣਾ, ਮੈਂ ਜਿਹੜਾ ਹੱਕੀ ਸੱਚੀ ਰਿਜ਼ਲਟ ਹੈ ਉਹ ਦੇਣਾ ਹੈ। ਉੱਥੋਂ ਨਵਾਜ਼ ਸ਼ਰੀਫ ਸਾਹਿਬ ਬੁਰੀ ਤਰ੍ਹਾਂ ਡਿੱਗ ਗਏ, ਹਾਰ ਗਏ। ਉੱਥੇ ਹੁਣ ਕੋਈ ਨਵੇਂ ਆਰਓ ਲਾਏ ਨੇ ਜਦੂਨ ਸਾਹਿਬ। ਹੁਣ ਉਹਨਾਂ ਨਾਲ ਗਿਟਮਿਟ ਕੀਤੀ ਹੈ ਕਿ ਜਨਾਬ ਤੁਹਾਨੂੰ ਅਸੀਂ, ਕਿਉਂਕਿ ਉੱਥੇ ਬੈਲਟ ਪੇਪਰ ਤੇ ਹੈ ਨਹੀਂ ਨਾ, ਫਾਰਮ 45 ਤੇ ਅਸਲ ਬਣੇ ਸਨ, ਉਹਦੇ ਮੁਤਾਬਕ ਨਵਾਜ਼ ਸ਼ਰੀਫ ਹਾਰ ਗਿਆ। ਫਾਰਮ 47 ਕੰਪਿਊਟਰ ਤੋਂ ਆਪ ਕੱਢ ਲਿਆ। ਹੁਣ ਜੇ ਉਹ ਫਾਰਮ 47 ਨੂੰ ਸੱਚਾ ਸਾਬਤ ਕਰਨਾ ਹੈ, ਝੂਠਾ ਬਣਾ ਕੇ ਹੁਣ ਜਿਹੜਾ ਬਣਾਇਆ ਹੈ ਜਾਂ ਬਣਾਉਣਗੇ ਗਾਂ, ਤੇ ਫਿਰ ਥੈਲਿਆਂ ਦੇ ਵਿੱਚ ਜਾਲੀ ਬੈਲਟ ਪੇਪਰ ਪਾਉਣੇ ਪੈਣਗੇ, ਜਾਲੀ ਮੋਹਰਾਂ ਲਾਉਣੀਆਂ ਪੈਣਗੀਆਂ। ਉਹਦੇ ਵਾਸਤੇ ਉਹਨਾਂ ਆਖਿਆ ਜੀ ਵੀ ਉੱਥੋਂ ਇੱਕ ਵਾਰੀ ਥੋਕ 'ਚ ਹੀ ਜਿਹੜੇ ਹੈ ਨਾ ਪ੍ਰਿੰਟ ਕਰਵਾਉਣੇ, ਐਵੇਂ ਮਾਨਸੇਰੇ ਤੋਂ ਕਰਾਵਾਂਗੇ ਉੱਥੇ ਕੋਈ ਥਾਂ ਨਹੀਂ ਲੱਭਣਾ। ਉਹਨਾਂ ਲక్ష్ਮੀ ਚੌਕ ਦੇ ਵਿੱਚ ਬੱਟ ਕੜਾਈ ਦੇ ਲਾਗੇ ਉੱਥੇ ਇੱਕ ਜਨਾਬੇ ਵਾਲਾ ਪ੍ਰਿੰਟਿੰਗ ਪ੍ਰੈਸ ਫੜੀ ਤੇ ਉੱਥੇ ਉਹਨਾਂ ਝੂਠੇ ਬੈਲਟ ਪੇਪਰ ਜਿਹੜੇ ਨੇ ਜਾਲੀ ਛਾਪਣੇ ਸ਼ੁਰੂ ਕੀਤੇ। ਹੁਣ ਇੱਥੇ ਇਹ ਵੀ ਤਹਿਕੀਕ ਦੀ ਗੱਲ ਹੈ ਵੀ ਉਹ ਜਿਹੜੀ ਪਲੇਟ ਹੁੰਦੀ ਹੈ, ਜਿਹਨੂੰ ਸਕਰੀਨ ਆਖਦੇ ਨੇ ਅੰਗਰੇਜ਼ੀ 'ਚ, ਤੇ ਪਲੇਟ ਹੁੰਦੀ ਜਿਹੜੀ ਮਸ਼ੀਨ 'ਚ ਪਾਈ ਦੀ ਤੇ ਉਹ ਡਿਜ਼ਾਈਨ ਛਪਦਾ ਹੈ, ਉਹ ਪਲੇਟ ਤੇ ਇਲੈਕਸ਼ਨ ਕਮਿਸ਼ਨ ਕੋਲ ਹੋਣੀ, ਕਿਉਂਕਿ ਇਹ ਤਾਂ ਸਰਕਾਰੀ ਪ੍ਰੈਸ ਤੇ ਬਸ ਛਪਦੇ ਨੇ। ਉਹ ਪਲੇਟ ਇਹਨਾਂ ਨੂੰ ਕਿਹਨੇ ਲਿਆ ਕੇ ਦਿੱਤੀ, ਇੱਕ ਤੇ ਇਹ ਗੱਲ ਪੁੱਛਣ ਵਾਲੀ ਹੈ। ਬਹਰਹਾਲ ਜੀ ਉੱਥੇ NA 119 ਜਿੱਥੋਂ ਮਰੀਮ ਨਵਾਜ਼ ਸਾਹਿਬਾ ਹਾਰੀਆਂ ਨੇ, NA 130 ਜਿੱਥੋਂ ਨਵਾਜ਼ ਸ਼ਰੀਫ ਸਾਹਿਬ ਹਾਰੇ ਨੇ, ਤੇ NA 15 ਮਾਨਸੇਰਾ ਜਿੱਥੋਂ ਨਵਾਜ਼ ਸ਼ਰੀਫ ਸਾਹਿਬ ਹਾਰੇ ਨੇ। ਇਹਨਾਂ ਤਿੰਨਾਂ ਥਾਵਾਂ ਦੇ ਬੈਲਟ ਪੇਪਰ ਉੱਥੇ ਧੜਾ ਧੜ ਛਪ ਰਹੇ ਨੇ ਔਰ ਉਹ ਸਾਕਬ ਖਰਲ ਸਾਹਿਬ ਨੇ ਫੜ ਲਏ ਨੇ। ਤੇ ਹੁਣ ਮੈਨੂੰ ਉਮੀਦ ਇਹ ਹੈ ਕਿ ਜਿਵੇਂ ਉਹਨਾਂ ਆਖਿਆ ਨਾ ਉਹ ਪਾਗਲ ਹੋ ਗਿਆ ਤੇ ਪਾਗਲਾਂ ਦਾ IG, ਇਸੇ ਤਰੀਕੇ ਨਾਲ ਹੁਣ ਮਤਵੱਕੋ ਬਿਆਨ ਮੈਨੂੰ ਜਿਹੜਾ ਨੂਨ ਲੀਗ ਦਾ ਲੱਗਦਾ ਹੈ, ਉਹ ਇਹ ਨਹੀਂ ਆਖਣਾ ਵੀ ਇਹ ਬੈਲਟ ਪੇਪਰ ਜਾਲੀ ਛਪ ਰਹੇ ਨੇ ਤੇ ਅਸੀਂ ਛਪਵਾ ਰਹੇ ਸਾਂ। ਉਹਨਾਂ ਇਹ ਆਖਣਾ ਹੈ ਕਿ ਜੀ ਇਹ ਜਿਹੜੇ ਬੈਲਟ ਪੇਪਰ ਨੇ ਨਾ, ਇਹ ਛਾਪਣ ਵਾਲਾ ਪਾਗਲ ਹੈ, ਇਹਨੇ ਐਵੇਂ ਹੀ ਛਾਪ ਰਹੇ ਨੇ, ਕੋਈ ਡਿਜ਼ਾਈਨ ਹੈ ਅੱਜ ਕੱਲ੍ਹ ਛਾਪਣਾ, ਜਾਂ ਇਹ ਮਸ਼ੀਨਾਂ ਟੈਸਟ ਕਰ ਰਹੇ ਸਨ, ਮਸ਼ੀਨਾਂ ਜਿਹੜੀਆਂ ਨਾ ਡਰਾਈ ਰਨ ਕਰ ਰਹੇ ਸਨ ਤੇ ਇਸ ਲਈ ਬੈਲਟ ਪੇਪਰ ਛਾਪੇ ਨੇ, ਅਜੇ ਨਵੀਆਂ ਮਸ਼ੀਨਾਂ ਲੱਗੀਆਂ ਨੇ। ਜਾਂ ਆਖਣਗੇ ਵੀ ਲਾਹੌਰ ਦੇ ਵਿੱਚ ਪਕੌੜਿਆਂ ਵਾਲਿਆਂ ਨੇ ਬੈਲਟ ਪੇਪਰ ਦੀ ਜਿਹੜੀ ਇੱਜ਼ਤ ਰਹਿ ਗਈ ਹੈ ਹੁਣ ਇਲੈਕਸ਼ਨ ਤੋਂ ਬਾਅਦ, ਹੁਣ ਬੈਲਟ ਪੇਪਰ ਦਾ ਡਿਜ਼ਾਈਨ, ਕਿਉਂਕਿ ਅੱਜ ਕੱਲ੍ਹ ਬੜਾ ਇਨ ਹੋ ਗਿਆ ਹੈ, ਨਿਸ਼ਾਨ ਲੋਕ ਲੱਭਦੇ ਫਿਰਦੇ ਨੇ ਵੀ ਤੋਰੀ ਕਿਹਦਾ ਹੈ, ਮੂਲੀ ਕਿਹਦਾ ਹੈ, ਜੁੱਤੀਆਂ ਕਿਹਦੀਆਂ ਨੇ, ਬੈਂਗਣ ਕਿਹਦਾ ਹੈ, ਭੰਗੂੜਾ ਕਿਹਦਾ ਹੈ। ਤੇ ਇਸ ਵਜ੍ਹਾ ਤੋਂ ਲਾਹੌਰ 'ਚ ਜਿੰਨੇ ਪਕੌੜਿਆਂ ਵਾਲੇ ਨੇ ਹੁਣ ਬੈਲਟ ਪੇਪਰ ਵਾਲਾ ਕਾਗਜ਼ ਮੰਗਣ ਡਏ ਨੇ ਤੇ ਉਹਦੇ ਉੱਤੇ ਪਕੌੜੇ ਰੱਖ ਕੇ ਪਾ ਕੇ ਦੇਣੇ ਨੇ, ਤੇ ਬੈਲਟ ਪੇਪਰ ਵਾਲਾ ਕਾਗਜ਼ ਇਸ ਤੋਂ ਮੰਗਦੇ ਨੇ ਵੀ ਉਹਦੇ 'ਚੋਂ ਚਟਣੀ ਚੋਂਦੀ ਨਹੀਂ ਥੱਲੇ। ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਹੀ ਇਹ ਹੁਣ ਕਰਨਗੇ। ਇਹ ਨਹੀਂ ਮੰਨਣਗੇ ਵੀ ਅਸੀਂ ਧਾਂਦਲੀ ਕਰਨ ਡਏ ਸਾਂ, ਜਾਲੀ ਬੈਲਟ ਪੇਪਰ ਛਾਪਣ ਡਏ ਸਾਂ ਤੇ ਅਸੀਂ ਫੜੇ ਗਏ ਹਾਂ ਤੇ ਰੱਬ ਨੇ ਖਾਨ ਨੂੰ ਇੱਕ ਹੋਰ ਮਦਦ ਭੇਜ ਦਿੱਤੀ ਹੈ ਤੇ ਅਸੀਂ ਜਿਹੜਾ ਕੰਮ ਕਰਦੇ ਹਾਂ ਉੱਥੇ ਸਾਡੀ ਮੰਜੀ ਵੀ ਠੁੱਕ ਜਾਂਦੀ ਹੈ ਤੇ ਪੀੜੀ ਵੀ ਠੁੱਕ ਜਾਂਦੀ ਹੈ ਤੇ ਰੱਬ ਕੋ ਮਾਫੀ ਮੰਗੀਏ, ਕੌਮ ਕੋ ਮਾਫੀ ਮੰਗੀਏ ਤੇ ਚੁੱਪ ਕਰਕੇ ਬਹਿ ਜਾਈਏ। ਇਹਨਾਂ ਆਪਣੇ ਆਪ ਨੂੰ ਵੀ ਪਾਗਲਾਂ ਦਾ IG ਬਣਾਇਆ ਤੇ ਆਵਾਮ ਨੂੰ ਵੀ ਪਾਗਲਾਂ ਦਾ IG ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਤੁਹਾਨੂੰ ਪਤਾ ਹੈ ਕਿ ਸਪਾਈ ਜੀ ਤੇ IG ਇਹ ਦੋਵੇਂ ਐਸੇ ਅਹੁਦੇ ਹੁੰਦੇ ਨੇ ਵੀ ਸਪਾਈ ਜੀ ਤੋਂ ਥੱਲੇ ਕੁਝ ਨਹੀਂ ਹੁੰਦਾ ਤੇ IG ਤੋਂ ਉੱਤੇ ਕੁਝ ਨਹੀਂ ਹੁੰਦਾ। ਨਾ ਕੋਈ ਸਪਾਈ ਜੀ ਕੋਲੋਂ ਕੋਈ ਸ਼ੈਕ ਹੋ ਸਕਦਾ ਤੇ ਨਾ IG ਕੋਲੋਂ ਕੋਈ ਸ਼ੈਕ ਹੋ ਸਕਦਾ। ਇਹਨਾਂ ਨੂੰ ਹੁਣ ਕੁਝ ਸਮਝ ਨਹੀਂ ਆਉਣ ਡਈ ਵੀ ਕਿਹੜੇ ਪਾਸੇ ਜਾਣ ਤੇ ਮੰਜੀ ਕਿੱਥੇ ਡਾਂ। ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਉਣਾ ਹੈ ਕਿ ਇਹ ਚੈਨਲ ਨਵਾਂ ਹੈ, ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਲਾਈਕ ਵੀ ਕਰੋ ਤੇ ਵੀਡੀਓ ਅੱਗੇ ਵੀ ਸ਼ੇਅਰ ਕਰੋ। ਮਕਸਦ ਮੇਰਾ ਇੱਕ ਹੈ ਕਿ ਇਹ ਜਿਹੜੀ ਬਰੀਕ ਕਾਰਵਾਈ ਇਹਨਾਂ ਦੀ ਅਸੀਂ ਪਿੰਡਾਂ ਵਾਲਿਆਂ ਨੂੰ ਆਸਾਨ ਕਰਕੇ ਸਮਝਾਉਂਦੇ ਹਾਂ, ਬਹੁਤੇ ਕੰਨਾਂ ਤੱਕ ਪਹੁੰਚੇ। ਤੇ ਜੇ ਤੁਹਾਡੇ ਲਾਗੇ ਚਾਗੇ ਕੋਈ ਬਜ਼ੁਰਗ ਹੈ, ਦੂਸਰੇ ਲੋਕ ਨੇ, ਉਹਨਾਂ ਨੂੰ ਆਪ ਸੁਣਾਓ, ਕਿਉਂਕਿ ਉਹ ਤੇ ਆਪਣੇ ਫੋਨ ਤੇ ਨਹੀਂ ਸੁਣ ਸਕਦੇ। ਇਹ ਵੀਲਾਗ ਛੱਡ ਕੇ ਫੋਨ ਦੇ ਉੱਤੇ ਤੇ ਉਹਨਾਂ ਦੇ ਲਾਗੇ ਰੱਖੋ ਤਾਂ ਕਿ ਉਹ ਸੁਣ ਸਕਣ ਤੇ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਕਿੱਡੇ ਕਿੱਡੇ ਵੱਡੇ ਫਨਕਾਰ ਨੇ ਤੇ ਕਿਹੜੀਆਂ ਕਿਹੜੀਆਂ ਕਾਰਵਾਈਆਂ ਪਾ ਰਹੇ ਨੇ। ਮੈਨੂੰ ਹੁਣ ਇਜਾਜ਼ਤ ਦਿਓ ਤੇ ਰੱਬ ਰਾਖਾ।